ਹਾਜ਼ਰ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪੰਨ ਸਾਹਿਬ ਨਾਲ, ਕਿਉਂਕਿ ਅੱਜ 20 ਤਰੀਕ ਸੀ ਤੇ ਧਿਆਨ ਹਰੇਕ ਦਾ ਲੱਗਿਆ ਸੀ ਕਿ ਅੱਜ ਤਿੰਨ ਪਾਸਿਓਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਸੀ ਤੇ ਉੱਧਰੋਂ ਕੀ ਸੁੱਖ ਸੁਨੇਹਾ ਆਇਆ, ਕੋਈ ਗੱਲ ਕਿਸੇ ਪਾਸੇ ਲੱਗਦੀ ਹੈ ਜਾਂ ਫਿਰ ਅਜੇ ਹੋਰ ਲੰਮਾ ਗੇੜਾ ਜਿਹੜਾ ਹੈ ਆਉਣ ਦੇ ਅਸਾਰ ਆ। ਇਹ ਸਾਰਾ ਕੁਛ ਆਪਾਂ ਸਮਝਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨ ਸਾਹਿਬ। ਗੱਲਾਂ ਅੱਜ ਅਲੱਗ-ਅਲੱਗ ਤਿੰਨ ਨੇ। ਇੱਕ ਤਾਂ ਦਿੱਲੀ ਪੁਲਿਸ ਹੈ, ਫਿਰ ਸੁਪਰੀਮ ਕੋਰਟ ਹੈ ਤੇ ਉਹਦੇ ਵਿੱਚ ਹੀ ਮੰਤਰੀਆਂ ਦੀ ਯਾਨੀ ਕਿ ਸਰਕਾਰ ਦੀ ਕਿਸਾਨਾਂ ਵਾਲੀ ਮੀਟਿੰਗ ਹੈ। ਮੈਂ ਜਿਹੜੀ ਚੀਜ਼ ਸ਼ੁਰੂਆਤ ਕਰਨੀ ਚਾਹੁੰਦਾ ਉਹ ਸੁਪਰੀਮ ਕੋਰਟ ਵਾਲੇ ਪਾਸਿਓਂ ਕਰਨੀ ਚਾਹੁੰਦਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹ ਪਟੀਸ਼ਨ ਵੀ ਸੀਗੀ ਸਰਕਾਰ ਨੇ ਪਾਈ, ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਵੀ ਇਹ ਜੋ 26 ਜਨਵਰੀ ਦਾ ਪ੍ਰੋਗਰਾਮ ਰੱਖੀ ਬੈਠੇ ਜੀ, ਇਹ ਤਾਂ ਡੰਡ ਲਾ ਕੇ ਰੱਖ ਦੇਣਗੇ, ਇਹ ਤਾਂ ਮੁਲਕ ਦੀ ਬੜੀ ਬਦਨਾਮੀ ਕਰ ਦੇਣੀ, ਇਹਨਾਂ ਨੂੰ ਹਟਾਓ ਜਾਂ ਸਭ ਕੁਛ ਕਰੋ ਮਹਾਰਾਜ। ਅਤੇ ਉਹ ਪਹਿਲਾਂ ਵੀ ਅਦਾਲਤ ਨੇ ਇਹੀ ਕਿਹਾ ਸੀ ਵੀ ਤੁਸੀਂ ਆਪ ਦੇਖ ਲਓ, ਅਤੇ ਅੱਜ ਫਿਰ ਉਹਨਾਂ ਨੇ ਉਹੀ ਕਿਹਾ ਵੀ ਇਹ ਦਿੱਲੀ ਪੁਲਿਸ ਦੇਖੇ ਜਾਂ ਸਰਕਾਰ ਦੇਖੇ, ਸਾਡਾ ਕੰਮ ਨਹੀਂ। ਇਹ ਜਿਹੜਾ ਸਮਾਂ ਪਾਇਆ ਗਿਆ ਅਤੇ ਉਸ ਤੋਂ ਬਾਅਦ ਗੱਲ ਉਹੀ ਕਹੀ ਗਈ ਜਿਹੜੀ ਪਹਿਲਾਂ ਕਹੀ ਸੀ, ਅਤੇ ਪਲੱਸ ਅਦਾਲਤ ਨੇ ਪਟੀਸ਼ਨ ਫਿਰ ਵਾਪਸ ਲੈ ਲਈ। ਇਹ ਫਿਰ ਇੰਨੀ ਜਿਹੜੀ ਐਕਸਰਸਾਈਜ਼ ਕੀਤੀ ਗਈ, ਇਹਦੀ ਕੀ ਲੋੜ ਸੀ? ਸਾਨੂੰ ਕਿਸੇ ਨੂੰ ਵੀ ਨਹੀਂ ਸਮਝ ਆਈ ਵੀ ਕੀ ਕੁਛ ਹੋ ਰਿਹਾ ਜੀ। ਅਦਾਲਤ ਦੇ ਵਿੱਚ ਅੱਜ ਜਿਹੜੀਆਂ ਅਦਾਲਤ ਨੇ ਟਿੱਪਣੀਆਂ ਕੀਤੀਆਂ ਜੀ, ਉਹ ਵੀ ਤਾਂ ਬੜੀਆਂ ਅਜੀਬ ਨੇ। ਅਦਾਲਤ ਨੇ ਆਖਿਆ ਕਿ 4 ਮੈਂਬਰੀ ਕਮੇਟੀ ਬਣਾਈ, ਇਸ ਕਮੇਟੀ ਦੇ ਖਿਲਾਫ ਬੜਾ ਕੁਛ ਆਖਿਆ ਜਾ ਰਿਹਾ, ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜੀ, ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ। ਕੌਣ ਚਾਹੁੰਦਾ ਕਿ ਅਦਾਲਤ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾਣ? ਜੀ, ਜਦੋਂ ਬੰਦੇ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ, ਨਾ ਲੀਡਰਸ਼ਿਪ ਤੋਂ ਨਾ ਅਫਸਰਸ਼ਾਹੀ ਤੋਂ, ਉਦੋਂ ਬੰਦਾ ਅਦਾਲਤ ਦੀ ਸ਼ਰਨ ਜਾਂਦਾ। ਜੀ, ਅਦਾਲਤਾਂ ਹੇਠਾਂ ਸ਼ੁਰੂ ਹੁੰਦੀਆਂ ਨੇ, ਮੱਧ ਦਰਜੇ ਦੀਆਂ, ਥੋੜ੍ਹੀਆਂ ਉੱਚੀਆਂ ਅਦਾਲਤਾਂ, ਫਿਰ ਹਾਈ ਕੋਰਟ, ਜੀ, ਅਤੇ ਕੇਂਦਰ 'ਚ ਜਾ ਕੇ ਫਿਰ ਸੁਪਰੀਮ ਕੋਰਟ ਹੁੰਦੀ। ਸੁਪਰੀਮ ਕੋਰਟ ਤਾਂ ਸਭ ਤੋਂ ਵੱਧ ਸੁਪਰੀਮ ਹੈ ਨਾ। ਇਹਦੇ ਬਾਰੇ ਕੌਣ ਚਾਹੁੰਦਾ ਕਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਜਾਣ? ਜੇ ਸੁਪਰੀਮ ਕੋਰਟ ਦਾ ਵਕਾਰ ਸਤਿਕਾਰ ਵੀ ਨਾ ਰਹਿ ਜੇ ਤੇ ਬੰਦਾ ਫਿਰ ਜਾਵੇਗਾ ਕਿੱਥੇ? ਜੀ, ਪਰ ਸਵਾਲ ਤਾਂ ਇਹ ਆ ਕਿ ਸਤਿਕਾਰ ਨੂੰ ਢਾਹ ਕਿੱਥੋਂ ਲੱਗਦੀ ਹੈ? ਜੀ, ਜੀ, ਅਦਾਲਤਾਂ ਦੇ ਕੁਝ ਫੈਸਲੇ, ਕੁਝ ਜੱਜਾਂ ਦਾ ਵਿਹਾਰ, ਜੇ ਉਹਨਾਂ ਦਾ ਵਿਹਾਰ ਇਸ ਤਰ੍ਹਾਂ ਦਾ ਹੋਵੇ ਤੇ ਲੋਕਾਂ ਨੂੰ ਟੀਕਾ ਟਿੱਪਣੀਆਂ ਕਰਨ ਦਾ ਮੌਕਾ ਕਿਉਂ ਨਾ ਮਿਲੇ? ਜੀ, ਅਸੀਂ ਇਸ ਇੱਕ ਕੇਸ ਦੀ ਗੱਲ ਨਹੀਂ ਕਰਦੇ। ਮੈਂ ਅੱਜ ਵੀ ਕਹਿਣਾ ਕਿ ਜਿਹੜੇ 4 ਬੰਦਿਆਂ ਦੀ ਕਮੇਟੀ ਬਣਾਈ, ਉਹ ਕਮੇਟੀ ਕਈ ਲੋਕਾਂ ਦਾ, ਖਾਸ ਤੌਰ 'ਤੇ ਕਿਸਾਨ ਆਗੂਆਂ ਦਾ ਮਨ ਕੌੜਾ ਕਰਨ ਵਾਲੀ ਹੈ, ਕਿਸੇ ਦੀ ਤਸੱਲੀ ਕਰਾਉਣ ਵਾਲੀ ਨਹੀਂ। ਜੀ। ਸੋ ਮੈਂ ਚਾਹੁੰਦਾ ਆਪਾਂ ਕਮੇਟੀ ਵਾਲੀ ਗੱਲ 'ਤੇ ਫਿਰ ਆਉਂਦੇ। ਉਹ ਜਿਹੜਾ 26 ਵਾਲਾ ਜਿਹੜਾ ਪਰੇਡ ਸੀ, ਉਹਦੇ ਜਿਹੜਾ ਪੁਲਿਸ ਨੂੰ ਕਿਹਾ ਵੀ ਤੁਸੀਂ ਦੇਖੋ। ਮੈਂ ਉਹੀ ਜੀ, ਜੀ, ਇਹਦੇ 'ਚ ਜੋ ਕੁਛ ਵੀ ਹੈ 26 ਜਨਵਰੀ ਵਾਲੇ ਮਾਮਲੇ ਦੇ ਉੱਤੇ ਵੀ ਅਦਾਲਤ ਨੇ ਇੱਕ ਵਾਰੀ ਪਹਿਲਾਂ ਕਹਿ ਦਿੱਤਾ ਸੀ ਦਖਲ ਨਹੀਂ ਦੇਣਾ। ਜੀ, ਦਿੱਲੀ ਪੁਲਿਸ ਫਿਰ ਜਾ ਵੜੀ। ਜੀ, ਜੀ, ਅਦਾਲਤ ਨੇ ਫਿਰ ਕਹਿ ਦਿੱਤਾ ਨਹੀਂ ਦੇਣਾ। ਅੱਜ ਅਦਾਲਤ ਨੇ ਕਹਿ ਦਿੱਤਾ ਦਿੱਲੀ ਪੁਲਿਸ ਨੂੰ ਕਿ ਤੁਸੀਂ ਆਪਣੀ ਅਰਜ਼ੀ ਵਾਪਸ ਲੈ ਲਓ। ਜੀ, ਉਸ ਮੁੱਦੇ ਦੇ ਉੱਤੇ ਜੇ ਦਿੱਲੀ ਪੁਲਿਸ ਮੁੜ ਕੇ ਜਾਂਦੀ, ਉੱਥੇ ਜਾਂਦੀ ਕਿਉਂ? ਉਹਨਾਂ ਨੂੰ ਇੰਨੀ ਆਸ ਕਿਉਂ ਆ ਕਿ ਲੋਕਾਂ ਦੇ ਖਿਲਾਫ ਅਦਾਲਤ ਸਾਡਾ ਸਾਥ ਦੇ ਦਿਓ? ਜੀ, ਇਹ ਪਿਛਲਿਆਂ ਸਮਿਆਂ 'ਚ ਅਦਾਲਤਾਂ ਨੇ ਕੀ ਇਹੋ ਜਿਹੀ ਝਾਕ ਜਗਾਈ ਨਹੀਂ? ਕਈ ਮਾਮਲੇ ਆ ਜਿਨ੍ਹਾਂ ਦੇ ਵਿੱਚ ਜੱਜਾਂ ਨੇ ਪਹਿਲਾਂ, ਸਤਿਕਾਰਯੋਗ ਜੱਜ ਸਾਹਿਬਾਨ ਨੇ ਸਰਕਾਰ ਨੂੰ ਝਾੜਾਂ ਪਾਈਆਂ, ਅਖੀਰ ਦੇ ਉੱਤੇ ਜੱਜ ਸਾਹਿਬਾਨ ਨੇ ਉਹ ਕੁਝ ਕਰਤਾ ਜਿਹੜਾ ਸਰਕਾਰ ਕਹਿੰਦੀ ਸੀ। ਜੀ, ਕਿੰਨੇ ਸਾਰੇ ਫੈਸਲੇ ਗਿਣਾਏ ਜਾ ਸਕਦੇ ਆ। ਰਾਫੇਲ ਜਹਾਜ਼ਾਂ ਦੀ ਖਰੀਦ ਵਾਲੇ ਮਾਮਲੇ ਵਿੱਚ ਸਰਕਾਰ ਨੇ ਜਿਹੜਾ ਐਫੀਡੇਵਿਟ ਦਿੱਤਾ ਸੀ, ਉਹ 'ਚ ਕਹਿ ਦਿੱਤਾ ਕਿ ਇਹਦੇ ਉੱਤੇ ਕੰਪਟਰੋਲਰ ਆਡੀਟਰ ਜਨਰਲ ਰਿਪੋਰਟ ਬਣਾ ਲਵੇ, ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਜਿਹੜੀ ਉਹ ਸਾਰਾ ਕੁਝ ਵੇਖ ਲਵੇ, ਫਿਰ ਮਾਮਲਾ ਖਤਮ ਹੋ ਗਿਆ। ਉੱਥੇ ਜਾ ਕੇ ਪੁੱਛਿਆ ਗਿਆ ਕਿ ਕੰਪਟਰੋਲਰ ਆਡੀਟਰ ਜਨਰਲ ਦੇ ਅਜੇ ਤੱਕ ਇਹਦਾ ਆਡਿਟ ਕੋਈ ਨਹੀਂ ਕੀਤਾ, ਅਤੇ ਪਾਰਲੀਮੈਂਟਰੀ ਕਮੇਟੀ ਕੋਲ ਤਾਂ ਗੱਲ ਹੀ ਨਹੀਂ ਆਈ। ਜੀ, ਸਰਕਾਰ ਨੇ ਜਾ ਕੇ ਕਹਿ ਦਿੱਤਾ ਜੀ ਐਫੀਡੇਵਿਟ ਅਸੀਂ ਹੋਰ ਲਿਖਿਆ ਸੀ, ਉਹ ਅੰਗਰੇਜ਼ੀ 'ਚ, ਬਸ ਟਰਾਂਸਲੇਸ਼ਨ 'ਚ ਗਲਤੀ ਹੋ ਗਈ। ਜੇ ਟਰਾਂਸਲੇਸ਼ਨ 'ਚ ਗਲਤੀ ਹੋ ਗਈ ਸੀ ਤਾਂ ਅਦਾਲਤ ਨੂੰ ਕੇਸ ਦੁਬਾਰਾ ਖੋਲ੍ਹ ਲੈਣਾ ਚਾਹੀਦਾ ਸੀ। ਜੀ, ਦੁਬਾਰਾ ਨਹੀਂ ਖੋਲ੍ਹੇਗਾ। ਇਹ ਬੜੀਆਂ ਗੱਲਾਂ ਨੇ ਜਿਨ੍ਹਾਂ ਦੇ ਹੁਣ 26 ਦੇ ਮਾਮਲੇ ਵਿੱਚ ਵੀ ਅਦਾਲਤ ਦਿੱਲੀ ਪੁਲਿਸ ਨੂੰ ਤਾਂ ਕਹਿ ਦਿੱਤਾ ਕਿ ਅਸੀਂ ਕੋਈ ਦਖਲ ਨਹੀਂ ਦੇਣਾ। ਜੀ, ਪਰ ਇਹਦੇ ਤੋਂ ਅੱਗੇ ਜਾ ਕੇ ਜੋ ਕੁਝ ਹੁਣ ਹੁੰਦਾ ਪਿਆ, ਉਹਦੇ 'ਚ ਫਿਰ ਅਦਾਲਤ ਸੇਧ ਕੋਈ ਨਾ ਦੇਵੇ, ਸਰਕਾਰ ਆਪਣੀ ਥਾਂ 'ਤੇ ਅੜੀ ਰਵੇ।
ਕਿਸਾਨ ਆਪਣੀ ਥਾਂ ਤੇ ਅੜੇ ਰਹਿਣ। ਜੀ ਬਣੇਗਾ ਕਿ ਸਰਕਾਰ, ਅਦਾਲਤ, ਸੰਘਰਸ਼ ਕਰਦੇ ਕਿਸਾਨਾਂ ਦੇ ਵਿਚਾਲੇ ਇਸ ਤਰ੍ਹਾਂ ਦਾ ਡੈਡਲਾਕ ਬਣਨ ਨਾਲ ਇੱਕ ਸੰਵਿਧਾਨਕ ਸੰਕਟ ਨਹੀਂ ਖੜਾ ਹੋ ਰਿਹਾ, ਜਿਹੜਾ ਅੱਜ ਤੱਕ ਕਦੇ ਨਹੀਂ ਹੋਇਆ। ਜੀ ਆਖਰ ਪਤਾ ਤੇ ਲੱਗਣਾ ਚਾਹੀਦਾ ਕਿ ਹੋ ਕੀ ਰਿਹਾ। ਅਸੀਂ ਸਾਰੀ ਦੁਨੀਆ ਨੂੰ ਕਹਿੰਦੇ ਸਾਡਾ ਲੋਕਤੰਤਰ ਬੜੇ ਵਧੀਆ ਸਿਸਟਮ ਚੱਲ ਰਿਹਾ, ਪਰ ਇਹ ਸਿਸਟਮ ਕਿੱਦਾਂ ਦਾ ਜਿਹਦੇ 'ਚ ਆਪਣੇ ਸਿਰ ਤੇ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ, ਹਰ ਕੋਈ ਦੂਜੇ ਪਾਸੇ ਨੂੰ ਧੱਕੀ ਜਾਂਦਾ। ਬਿਲਕੁਲ। ਔਰ ਸੰਘਰਸ਼ ਕਰਨ ਵਾਲੇ ਕਿਸਾਨ ਜਿਹੜੇ ਲੱਖਾਂ ਦੀ ਗਿਣਤੀ 'ਚ ਠੰਡ ਵਿੱਚ ਬੈਠੇ ਨੇ, ਕਿਸਾਨਾਂ ਦੇ ਨਾਲ ਔਰਤਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇ, ਉਹਨਾਂ ਬੱਚਿਆਂ ਵਾਸਤੇ ਦਿੱਲੀ ਬਾਰਡਰ ਦੇ ਉੱਤੇ ਨਰਸਰੀ KG ਤੋਂ ਲੈ ਕੇ ਤੇ ਮਿਡਲ ਤੱਕ ਦੇ ਸਕੂਲ ਚੱਲਦੇ ਪਏ ਨੇ। ਜੀ ਇਸ ਤਰ੍ਹਾਂ ਚੱਲ ਰਿਹਾ ਨੇ ਜਿਵੇਂ ਹੁਣ ਪੱਕੇ ਤੌਰ ਤੇ ਉੱਥੇ ਹੀ ਬੈਠਣਾ। ਇਹ ਜਿਹੜਾ ਲੋਕਤੰਤਰ ਹੈ, ਜੇ ਲੋਕਾਂ ਦੀ ਰਾਖੀ ਵਾਸਤੇ ਕਿਸੇ ਤਰੀਕੇ ਸਹਾਈ ਨਹੀਂ ਹੋ ਰਿਹਾ, ਫਿਰ ਫਾਇਦਾ ਕੀ ਹੈ। ਬਿਲਕੁਲ। ਗੱਲ ਕੱਲੀ 26 ਦੀ ਨਹੀਂ, ਗੱਲ ਕੱਲੀ ਅਦਾਲਤ ਦੇ ਹੁਕਮ ਦੀ ਨਹੀਂ। ਜੀ ਸਮੁੱਚਾ ਸਿਸਟਮ ਹੀ ਜਿਸ ਤਰ੍ਹਾਂ ਚੱਲਦਾ ਪਿਆ, ਜੇ ਇਹਨੇ ਇਸੇ ਤਰ੍ਹਾਂ ਚੱਲਦੇ ਰਹਿਣਾ, ਲੋਕ ਇਹ ਤੋਂ ਆਸ ਕੀ ਰੱਖਣਗੇ। ਬਿਲਕੁਲ ਸਹੀ। ਉਹੋ ਜਿਹੀ ਕੋਈ ਆਸ ਨਹੀਂ ਕਰਨੀ ਇਸ ਵੇਲੇ ਦਿਸ ਰਹੀ ਕਿ ਇਸ ਕਰਕੇ ਕਿ ਜਾ ਕੇ ਬਹਿ ਜਾਓ ਬਾਰਡਰਾਂ ਦੇ ਉੱਤੇ, ਮੁੜ ਕੇ ਤੁਸੀਂ ਡਿੱਗਦੇ ਰਹੋ ਵੀ ਸਾਡੇ ਵਾਸਤੇ ਕੋਈ ਕਾਂ ਉੱਥੋਂ ਆਉਂਦਾ ਕਿਸੇ ਪਾਸੇ ਕੁਛ ਸੁਨੇਹਾ ਲੈ ਕੇ ਕਿ ਨਹੀਂ ਆਉਂਦਾ। ਸਿਸਟਮ ਸਾਰੇ ਨੇ ਲੋਕਾਂ ਨੂੰ ਇਸ ਵੇਲੇ ਨਿਰਾਸ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਵੱਡੀ ਗੱਲ ਆ। ਵੱਡੀ ਗੱਲ ਇਹ ਨਹੀਂ ਕਿ ਅਦਾਲਤ 26 ਬਾਰੇ ਕੀ ਕਹਿੰਦੀ ਹੈ। ਇੱਥੇ ਪਰ ਸਭ ਇੱਕ ਚੀਜ਼ ਜਿਹੜੀ ਤੁਸੀਂ ਪਹਿਲਾਂ ਜ਼ਿਕਰ ਕਰਨ ਲੱਗੇ ਸੀ, ਮੈਂ ਉਸ ਸਵਾਲ ਤੇ ਆਉਣਾ ਚਾਹੁੰਦਾ, ਪਰ ਉਹਦੇ 'ਚ ਮੇਰੇ ਦਿਮਾਗ 'ਚ ਨਾ ਜੀ ਉਹ ਤੁਹਾਡੀਆਂ ਉਹਨਾਂ ਗੱਲਾਂ ਤੋਂ ਪ੍ਰਸ਼ਾਂਤ ਭੂਸ਼ਣ ਵਾਲੇ ਕੇਸ ਦੇ ਵਿੱਚ ਉਹ ਟਿੱਪਣੀਆਂ ਯਾਦ ਆਉਂਦੀਆਂ ਨੇ, ਜਿੱਥੇ ਉਹ ਜ਼ਿਕਰ ਚੱਲਣ ਲੱਗ ਪਿਆ ਸੀ ਕਿ ਜਿਹੜੀਆਂ ਅਦਾਲਤਾਂ ਨੇ ਜੀ, ਜੇ ਉਹ ਆਪਣਾ ਮਾਨ ਸਨਮਾਨ ਬਹਾਲ ਰੱਖਣ ਤੇ ਫਿਰ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਸੁਣਨ ਦਾ ਮੌਕਾ ਨਾ ਮਿਲੇ। ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਇਹ ਚਰਚਾ ਚੱਲੀ ਤੇ ਹੁਣ ਕਿਸਾਨਾਂ ਵਾਲੇ ਮੁੱਦੇ ਤੇ ਫਿਰ ਉਹੀ ਚਰਚਾ ਅੱਜ ਦੁਬਾਰਾ ਅਦਾਲਤ ਨੂੰ ਕਰਨੀ ਪਵੇ, ਤੇ ਫਿਰ ਇਹਦੇ ਲਈ ਜ਼ਿੰਮੇਵਾਰ ਧਿਰਾਂ ਕਿਹੜੀਆਂ ਹੋ ਸਕਦੀਆਂ? ਉਹ ਖੁਦ ਅਦਾਲਤ ਹੋ ਸਕਦੀ ਹੈ, ਜਾਂ ਸਰਕਾਰਾਂ ਹੋ ਸਕਦੀਆਂ, ਜਾਂ ਫਿਰ ਲੋਕਾਂ ਦੇ ਵਿੱਚ ਕੋਈ ਗਿਰਾਵਟ ਆ ਗਈ ਹੈ ਵੀ ਉਹ ਪਹਿਲਾਂ ਵਾਲਾ ਸਤਿਕਾਰ ਕਰ ਨਹੀਂ ਰਹੇ। ਇੱਥੇ ਹੁਣ ਤੁਸੀਂ ਇਹ ਜਿਹੜੀ ਉਦਾਹਰਨ ਅੱਜ ਆਈ ਹੈ ਕਿ ਉਹ ਕਮੇਟੀ ਬਣਾਉਣ ਦੇ ਮਾਮਲੇ ਦੇ ਉੱਪਰ ਵਕੀਲਾਂ ਦੇ ਨਾਲ ਕਾਫੀ ਕਹਿੰਦੇ ਨੋਕ ਝੋਕ ਹੋਈ ਜਸਟਿਸ ਸਾਹਿਬ ਦੀ, ਉਹਨੂੰ ਥੋੜ੍ਹਾ ਜਿਹਾ ਸਮਝਾਓ ਵੀ ਫਿਰ ਇਹ ਅਸਲ ਅੰਗਿਆਰੀ ਹੁਣ ਉੱਠੀ ਹੈ ਜਾਂ ਫਿਰ ਪਹਿਲਾਂ ਤੋਂ ਧੁਖਦਾ ਕੁਛ ਨਾ ਕੁਛ? ਬੜੇ ਚਿਰ ਤੋਂ ਧੁਖਦਾ। ਇੰਦਰਾ ਗਾਂਧੀ ਦੇ ਵਕਤ ਜਦੋਂ ਪਹਿਲਾਂ 9 ਫਿਰ 6 ਬੈਂਕ ਨੈਸ਼ਨਲਾਈਜ਼ ਕੀਤੇ ਗਏ ਜੀ, ਉਹਦੇ ਉੱਤੇ 2 ਤਰ੍ਹਾਂ 'ਚ ਕੇਸ ਚੱਲਦਾ ਸੀ, ਸਰਕਾਰ ਤੇ ਬੈਂਕਾਂ ਦੇ ਪ੍ਰਾਈਵੇਟ ਮਾਲਕਾਂ 'ਚ। RK ਗਰਗ ਬਹੁਤ ਸੀਨੀਅਰ ਵਕੀਲ ਸੀ, ਉਹਨੇ ਜਾ ਕੇ ਅਰਜੀ ਦੇ ਦਿੱਤੀ ਜੀ ਮੈਂ ਜਿਹੜੇ ਲੋਕ ਇਹਨਾਂ ਬੈਂਕਾਂ ਦੇ ਖਾਤੇਦਾਰ, ਅਕਾਊਂਟ ਹੋਲਡਰ ਆ, ਮੈਂ ਉਸ ਪਬਲਿਕ ਵੱਲੋਂ ਪੇਸ਼ ਹੋਣਾ ਚਾਹੁੰਦਾ ਜੀ। ਨਾ ਨਹੀਂ ਸੀ ਕਰ ਸਕਦੇ, ਉਹਨੂੰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ। ਉਹਨੇ ਜਾਂਦਿਆਂ 2 ਜੱਜਾਂ ਦੇ ਉੱਤੇ ਟਿੱਪਣੀ ਕਰਤੀ, ਕਹਿੰਦਾ ਜੀ ਵੈਸਟਡ ਇੰਟਰਸਟ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਉੱਧਰ ਉਹਨਾਂ ਦੀਆਂ ਸਾਂਝਾਂ ਨੇ ਬੈਂਕ ਮਾਲਕਾਂ ਨਾਲ ਜਿਨ੍ਹਾਂ ਨੇ ਕੇਸ ਕੀਤਾ। ਉਦੋਂ ਬੈਂਕ 'ਚ ਬਦਲਣਾ ਪੈ ਗਿਆ ਸੀ ਜੀ। ਉਸ ਤੋਂ ਬਾਅਦ ਵੀ ਕਈ ਮੌਕੇ ਇਹੋ ਜਿਹੇ ਆਏ ਆ ਜਿੱਥੇ ਕੁਝ ਜੱਜਾਂ ਦੇ ਅੱਗੇ ਪੁਆਇੰਟ ਆਊਟ ਕੀਤਾ ਗਿਆ ਕਿ ਤੁਸੀਂ ਐਸ ਨਹੀਂ ਇਸ ਪਾਸੋਂ ਸ਼ਾਮਲ ਹੋ। ਇੱਥੇ ਜਲੰਧਰ ਦੇ ਇੱਕ ਕਤਲ ਕੇਸ ਦੇ ਵਿੱਚ ਹਾਈ ਕੋਰਟ 'ਚ ਰੌਲਾ ਪੈ ਗਿਆ ਸੀ। ਜਿਹੜੇ 2 ਜੱਜ ਸੁਣਵਾਈ ਕਰ ਰਹੇ, ਉਹਨਾਂ 'ਚੋਂ ਇੱਕ ਜੱਜ ਦੇ ਉੱਤੇ ਦੋਸ਼ ਲੱਗ ਗਿਆ ਕਿ ਤੁਹਾਡੇ ਉੱਤੇ ਤਾਂ ਦੋਸ਼ੀਆਂ ਦੇ ਪਰਿਵਾਰ ਨਾਲ ਨੇੜਲੇ ਸੰਬੰਧਾਂ ਦਾ ਦੋਸ਼ ਲੱਗਦਾ ਜੀ। ਉਹਨੇ ਆਖਿਆ ਮੈਂ ਕੰਟੈਂਪਟ ਆਫ ਕੋਰਟ ਆ ਦੂੰਗਾ ਜੇ ਮੇਰੇ ਬਾਰੇ ਇਹ ਗੱਲ ਆਖੀ। ਤੇ ਦੂਜੀ ਧਿਰ ਨੇ ਆਖਿਆ ਜੀ ਤੁਸੀਂ ਲਾ ਹੀ ਦਿਓ ਤਾਂ ਕਿ ਪਤਾ ਲੱਗ ਜਾਵੇ ਤੁਹਾਡੇ ਸੰਬੰਧ ਕੀ ਹੈ। ਤੁਸੀਂ ਜਲੰਧਰ 'ਚ ਰਹੇ ਆ, ਰੌਲਾ ਉਸ ਗੱਲ ਤੇ ਵੀ ਪੈ ਗਿਆ ਸੀ ਜੀ। ਰੌਲਾ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਕਈ ਵਾਰੀ ਪੈ ਚੁੱਕਾ। ਸਵਾਲ ਇਹ ਹੈ ਕਿ ਜੇ ਜੱਜ ਸਾਹਿਬਾਨ ਆਪਣਾ ਪੱਲਾ ਬਚਾ ਕੇ ਚੱਲਣ ਤੇ ਗੱਲਾਂ ਕਿਉਂ ਹੋਣਗੀਆਂ? ਇਹਦੇ ਤੋਂ ਵੀ ਵੱਡਾ ਸਵਾਲ ਇਹ ਆ ਕਿ ਇਹ ਜਿਹੜੀ ਨਿਆਂਪਾਲਿਕਾ ਆਮ ਲੋਕਾਂ ਦੇ ਕੇਸ 10-10, 20-20, 30-30, 70-70 ਸਾਲ ਦੱਬੇ ਰਹਿੰਦੇ ਆ ਜੀ। ਅਰਨਬ ਗੋਸਵਾਮੀ ਦਾ ਸਵਾਲ ਆਵੇ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਸੁਪਰੀਮ ਕੋਰਟ ਤੱਕ ਦਖਲ ਦੇਣ ਲੱਗ ਪੈਂਦੀ, ਔਰ ਕਹਿੰਦੇ ਵੀ ਬਾਂਡ ਭਰਨ ਵਾਸਤੇ ਵੀ ਬੰਬੇ ਜਾਣ ਦੀ ਲੋੜ ਨਹੀਂ, ਇੱਥੇ ਹੀ ਹੋ ਜੇ। ਲੋਕਾਂ ਨੂੰ ਇਹ ਜਾਪਦਾ ਤੇ ਹੈਗਾ ਨਾ ਕਿ ਜਿਹਦੇ ਕੋਲ ਪੈਸਾ ਤੇ ਜਿਹਦੀ ਉੱਪਰ ਸਰਕਾਰ ਤੱਕ ਪਹੁੰਚ ਆ, ਉਹਨੂੰ ਨਿਆਂ ਸੌਖਾ ਮਿਲਦਾ, ਅਦਾਲਤਾਂ ਵਿੱਚ ਵੀ ਉਹਨੂੰ ਛੇਤੀ ਨਿਆਂ ਮਿਲ ਜਾਂਦਾ। ਜਿਹੜਾ ਗਾਮਾ ਬਾਜਾ ਮਾਤੜ ਲੋਕ ਨੇ, ਧਮਾਤੜ ਲੋਕ ਨੇ, ਇਹ ਮਾਤੜ ਧਮਾਤੜ ਨੂੰ ਇਨਸਾਫ ਕੌਣ ਦਵਾਵੇਗਾ? ਲੋਕਤੰਤਰ ਇਨਸਾਫ ਨਹੀਂ ਦਵਾ ਰਿਹਾ ਜੀ। ਕੀ ਇਹ ਸੱਚਾਈ ਨਹੀਂ ਕਿ ਭਾਰਤ ਵਿੱਚ ਇੱਕ ਇਹੋ ਜਿਹਾ ਕੇਸ ਚੱਲਦਾ ਪਿਆ ਜਿਹੜੇ ਕੇਸ ਨੂੰ ਇਸ ਵੇਲੇ 195 ਸਾਲ ਹੋ ਗਏ ਚੱਲਦਿਆਂ? ਜੀ। ਪਤਾ ਤੁਹਾਨੂੰ ਇਸ ਗੱਲ ਦਾ? ਜੀ ਜੀ, ਅੱਗੇ ਵੀ ਜ਼ਿਕਰ ਕੀਤਾ ਤੁਸੀਂ। ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ 'ਚ ਰਾਜ ਕਰਦਾ ਸੀ, ਉਦੋਂ ਕਲਕੱਤੇ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਕੇਸ ਆ ਗਿਆ। ਪਹਿਲਾਂ ਹੇਠਲੀ ਅਦਾਲਤ ਵਿੱਚ ਆਇਆ, ਫਿਰ ਦੂਜੀ, ਫਿਰ ਉੱਪਰਲੀ।
ਮਹਾਰਾਜਾ ਰਣਜੀਤ ਸਿੰਘ ਵੀ ਤੁਰ ਗਿਆ, ਅੰਗਰੇਜ਼ ਵੀ ਤੁਰ ਗਏ, ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਵੀ ਤੁਰ ਗਏ, ਨਰਸਿਮਹਾ ਰਾਓ ਹੋਰੀ ਵੀ ਤੁਰ ਗਏ, ਰਾਜੀਵ ਗਾਂਧੀ, ਵਾਜਪਾਈ ਵੀ ਤੁਰ ਗਏ। ਕੇਸ ਅਜੇ ਤੱਕ ਚੱਲਦਾ ਪਿਆ। ਉਹ ਕੇਸ ਜੇ ਮੈਂ ਭੁੱਲਦਾ ਨਹੀਂ ਤੇ 1826 ਤੋਂ ਸ਼ੁਰੂ ਹੋਇਆ ਸੀ ਜੀ। ਅੱਜ 195 ਸਾਲ ਤੱਕ ਇਹ ਕੇਸ ਦੀ ਇੱਕ ਭਾਰਤ ਦੀਆਂ ਅਦਾਲਤਾਂ ਨਿਬੇੜ ਸਕੀਆਂ। ਉਹ ਕੇਸ ਚੱਲੀ ਜਾ ਰਿਹਾ। 7ਵੀਂ ਪੀੜ੍ਹੀ ਦੇ ਲੋਕ ਆਮੋ ਸਾਹਮਣੇ ਲੜ ਰਹੇ ਉੱਥੇ। ਫਿਰ ਲੋਕ ਕਿੱਥੇ ਜਾਣਗੇ, ਇਨਸਾਫ ਕਿੱਥੋਂ ਮੰਗਣਗੇ ਜੀ। ਦੋਸ਼ ਲੱਗਦੇ ਆ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਜੱਜਾਂ ਦੇ ਉੱਤੇ ਦੋਸ਼ ਲੱਗਣ। ਜੱਜ ਸਾਹਿਬਾਨ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ, ਪਰ ਕਾਇਮ ਕਿਹਨੇ ਰੱਖਣਾ? ਜਸਟਿਸ ਰਾਮਾ ਸਵਾਮੀ ਦੇ ਖਿਲਾਫ ਕਿਸੇ ਬਾਹਰਲੇ ਨੇ ਕਿਸ ਦੋਸ਼ ਲਿਆ ਸੀ? ਸੁਪਰੀਮ ਕੋਰਟ ਬਾਰ ਕੌਂਸਲ ਦੇ ਪ੍ਰਧਾਨ ਨੇ ਜਾ ਕੇ ਅਦਾਲਤ ਵਿੱਚ ਆਖਿਆ ਚੀਫ ਜਸਟਿਸ ਨੂੰ ਕਿ ਮੀਲਾ ਮੈਨੂੰ ਅਪਾਇੰਟ ਆਊਟ ਕਰਨਾ ਪੈ ਰਿਹਾ ਕਿ ਜਸਟਿਸ ਰਾਮਾ ਸਵਾਮੀ ਦੇ ਉੱਤੇ ਆਹ ਦੋਸ਼ ਲੱਗਦੇ ਆ ਔਰ ਇਨਕੁਆਇਰੀ 'ਚ ਸਾਬਤ ਹੁੰਦੇ ਪਏ। ਚੀਫ ਜਸਟਿਸ ਸਾਹਿਬ ਅਦਾਲਤ ਜਿਹੜੀ ਸੀ ਉਹ ਐਡਜਰਨ ਕਰਕੇ ਚਲੇ ਗਏ। ਇਹਨਾਂ ਕਹਿ ਗਏ ਮੈਂ ਅੱਜ ਸ਼ਾਮ ਨੂੰ ਇਹਦੇ ਉੱਤੇ ਇੱਕ ਸਟੇਟਮੈਂਟ ਜਾਰੀ ਕਰਾਂਗਾ। ਸ਼ਾਮ ਨੂੰ ਸਟੇਟਮੈਂਟ ਜਾਰੀ ਕਰ ਦਿੱਤੀ ਕਿ ਜਸਟਿਸ ਰਾਮਾ ਸਵਾਮੀ ਇਹਦਾ ਫੈਸਲਾ ਹੋਣ ਤੱਕ ਇਸ ਕੇਸ ਦੇ ਵਿੱਚ ਕਿਸੇ ਵੀ ਕੇਸ ਦੇ ਵਿੱਚ ਸੁਣਵਾਈ ਨਾ ਕਰਨ। ਇਹ ਮੇਰੀ ਸਲਾਹ, ਆਰਡਰ ਨਹੀਂ, ਸਲਾਹ। ਉਹ ਸਲਾਹ ਨੂੰ ਲੈ ਕੇ ਤੇ ਮੁੜ ਕੇ ਉਹ ਕੇਸ ਜਿਹੜਾ ਸੀ ਸੁਪਰੀਮ ਕੋਰਟ ਤੱਕ ਗਿਆ। ਜਸਟਿਸ ਰਾਮਾ ਸਵਾਮੀ ਦੇ ਖਿਲਾਫ ਇੰਪੀਚਮੈਂਟ ਮੋਸ਼ਨ ਪੇਸ਼ ਹੋਇਆ। ਮਹਾ ਕਰਪਟ ਬੰਦਾ ਸੀਗਾ ਉਸ ਵਕਤ ਪ੍ਰਧਾਨ ਮੰਤਰੀ, ਉਹਦੇ ਤੱਕ ਪਹੁੰਚ ਹੋ ਗਈ। ਉਹ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਨਰਸਿਮਹਾ ਰਾਓ, ਜਿਹਨੂੰ ਅਹੁਦਾ ਛੱਡਣ ਤੋਂ ਬਾਅਦ ਜੇਲ੍ਹ ਵੀ ਜਾਣਾ ਪਿਆ ਸੀ ਕਰਪਸ਼ਨ ਦੇ ਕੇਸ ਜੀ। ਉਹ ਮੈਂ ਮਹਾ ਕਰਪਟ ਕਵਾਂ ਜਾਂ ਨਾ ਕਵਾਂ, ਗਿਣਿਆ ਜਾਂਦਾ ਸੀ ਕਿ ਕਰਪਸ਼ਨ ਕੀਤੀ ਉਹਨੇ। ਲਖੂ ਭਾਈ ਕੇਸ ਵੀ ਸਭ ਨੂੰ ਪਤਾ, ਚੰਦਰਾ ਸਵਾਮੀ ਵੀ ਕੇਸ ਸਾਰਿਆਂ ਨੂੰ ਪਤਾ ਕੀ ਕੁਛ ਸੀ ਜੀ। ਉਹਦੇ ਵਕਤ ਉਹਨੇ ਫਿਰ ਕਾਂਗਰਸ ਪਾਰਟੀ ਵਾਲਿਆਂ ਨੂੰ ਇਸ਼ਾਰਾ ਕਰ ਦਿੱਤਾ, ਇਹਨਾਂ ਨੇ ਵੋਟਾਂ ਨਹੀਂ ਸੀ ਪਾਈਆਂ ਤੇ ਜਸਟਿਸ ਰਾਮਾ ਸਵਾਮੀ ਉਹ ਚੋਂ ਨਿਕਲ ਗਿਆ। ਫਿਰ ਜਸਟਿਸ ਸੁਮਿਤਰਾ ਸੇਨ ਸੀ, ਇੱਕ ਹਾਈ ਕੋਰਟ ਦਾ ਚੀਫ ਜਸਟਿਸ ਸੀ। ਉਹਦੇ ਖਿਲਾਫ ਸ਼ਾਇਦ 58 ਪਾਰਲੀਮੈਂਟ ਮੈਂਬਰਾਂ ਨੇ ਇੱਕ ਕੇਸ ਪੇਸ਼ ਕੀਤਾ ਸੀ ਪਾਰਲੀਮੈਂਟ 'ਚ ਕਿ ਮਹਾਦੋਸ਼ ਲੱਗਣਾ ਚਾਹੀਦਾ। ਰਾਜ ਸਭਾ 'ਚ ਪਾਸ ਹੋ ਗਿਆ। 12-13 ਜਣੇ ਉਹਦੇ ਪੱਖ 'ਚ ਭੁਗਤੇ ਤੇ ਬਾਕੀ ਸਾਰੀ ਰਾਜ ਸਭਾ ਉਹਦੇ ਖਿਲਾਫ ਭੁਗਤੀ। ਉਹ ਕੇਸ ਮੁੜ ਕੇ ਲੋਕ ਸਭਾ 'ਚ ਜਾਣਾ ਸੀ। ਜਦੋਂ ਲੋਕ ਸਭਾ 'ਚੋਂ ਵੀ ਪਾਸ ਹੋ ਜਾਂਦਾ, ਰਾਜ ਸਭਾ ਤੋਂ ਬਾਅਦ ਦੋਵੇਂ ਹਾਊਸਾਂ 'ਚੋਂ ਪਾਸ ਹੋ ਜਾਂਦਾ ਤੇ ਉਹਨੂੰ ਬੇਆਬਰੂ ਹੋ ਕੇ ਘਰ ਜਾਣਾ ਪੈਣਾ ਸੀ ਜੀ। ਉਹਨੂੰ ਇਹ ਪਤਾ ਸੀ ਇੱਥੇ ਪਾਸ ਹੋ ਗਿਆ, ਦੂਸਰੇ ਪਾਸੇ ਵੀ ਪਾਸ ਹੋ ਜਾਣਾ। ਉਹ ਅਸਤੀਫਾ ਦੇ ਕੇ ਘਰ ਨੂੰ ਤੁਰ ਗਿਆ। ਇਹ 'ਚ ਅਦਾਲਤ ਦੇ ਸਤਿਕਾਰ ਨੂੰ ਢਾਲ ਲੱਗੀ ਤੇ ਕਿਹਨੇ ਲਾਈ? ਕਿ ਜੁਡੀਸ਼ਰੀ ਇੰਨੇ ਸਮਰੱਥ ਨਹੀਂ ਸੀ ਕਿ ਆਪਣੇ ਉਹ ਸਾਥੀ ਜੱਜ ਨੂੰ ਕਹਿੰਦੀ ਕਿ ਕਿਉਂ ਜਲੂਸ ਕੱਢਦਾ ਪਿਆ ਜੀ। ਬਾਅਦ ਵਿੱਚ ਵੀ ਅਸਤੀਫਾ ਦਿੱਤਾ ਹੀ ਆ। ਉਹਨੂੰ ਕਹਿੰਦੇ ਜਦ ਚੱਲ ਜਾ। ਆ ਪਿਛਲੀ ਤੋਂ ਪਿਛਲੀ ਵਾਰੀ ਇਸ ਗੱਲ ਦਾ ਦੋਸ਼ ਲੱਗਾ ਕਿ ਜੱਜਾਂ ਦੀਆਂ ਪ੍ਰਮੋਸ਼ਨਾਂ 'ਚ ਕੀ ਕੁਛ ਹੁੰਦਾ ਪਿਆ। ਮਾਫ ਕਰਨਾ, ਮੈਂ ਉਹ ਸਾਰੇ ਕੇਸ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਦੇ ਨਾਂ ਲੈ ਗਏ ਉਹ ਅੱਜ ਵੀ ਜੁਡੀਸ਼ਰੀ 'ਚ ਨੇ ਜੀ। ਅਸੀਂ ਚਾਹੁੰਦੇ ਹਾਂ ਕਿ ਅਦਾਲਤਾਂ ਦਾ ਸਤਿਕਾਰ ਕਾਇਮ ਰਹੇ, ਪਰ ਅਦਾਲਤ ਕਾਇਮ ਰੱਖਣਾ, ਸਤਿਕਾਰ ਕਾਇਮ ਰੱਖਣਾ ਕਿਹਨੇ? ਸਤਿਕਾਰ ਕਾਇਮ ਰੱਖਣ ਵਾਸਤੇ ਅਦਾਲਤਾਂ ਨੂੰ ਆਪ ਕੋਸ਼ਿਸ਼ ਕਰਨੀ ਪਏਗੀ। ਅਦਾਲਤੀ ਪ੍ਰਬੰਧ ਨਾਲ ਜੁੜੇ ਹੋਏ ਵਕੀਲਾਂ ਨੂੰ ਕੋਸ਼ਿਸ਼ ਕਰਨੀ ਪਏਗੀ। ਜਿਹੜੇ ਉਹਨਾਂ ਦੇ ਨਾਲ ਹੋਰ ਸੰਬੰਧਿਤ ਅਮਲਾ ਫੈਲਾ ਉਹਨਾਂ ਨੂੰ ਕੋਸ਼ਿਸ਼ ਕਰਨੀ ਪਏਗੀ। ਇਹ ਕਿੰਨੀ ਵਾਰੀ ਗੱਲ ਆ ਚੁੱਕੀ ਹੈ ਕਿ ਸਰਕਾਰਾਂ ਆਪਣੀ ਪਸੰਦ ਦੇ ਜੱਜ ਜਿਹੜੇ ਆ ਉਹ ਅਪਾਇੰਟ ਕਰਨ ਲੱਗ ਪਈਆਂ ਨੇ। ਜੇ ਦੂਸਰਾ ਕੋਈ ਜਾਵੇ ਉਹਦੀ ਅਪਾਇੰਟਮੈਂਟ ਦੀ ਜਿਹੜੀ ਫਾਈਲ ਹੈ ਉਹ ਕਈ ਵਾਰ ਰੋਕੀ ਜਾਂਦੀ ਆ ਕਿ ਇਹਨੂੰ ਨਾ ਹੀ ਬਣਾਉਣਾ ਪਵੇ। ਇੱਦਾਂ ਦੇ ਬਹੁਤ ਸਾਰੇ ਮਸਲੇ ਆ ਚੁੱਕੇ ਨੇ। ਅੱਜ ਤੋਂ 45 ਸਾਲ ਪਹਿਲਾਂ ਇੱਕ ਕੇਸ ਇਹੋ ਜਿਹਾ ਸੀ ਜਿੱਥੇ ਇੱਕ ਮੁੱਖ ਮੰਤਰੀ ਦੇ ਖਿਲਾਫ ਚੋਣ ਪਟੀਸ਼ਨ ਸੀ ਜੀ। ਜਿਹੜਾ ਵਕੀਲ ਲੜ ਰਿਹਾ ਸੀ ਜਾਪਦਾ ਸੀ ਕੇਸ ਬੜਾ ਠੋਸ ਹੈ। ਅਚਾਨਕ ਉਸ ਵਕੀਲ ਨਾਲ ਕਿਸੇ ਤਰੀਕੇ ਪਤਾ ਨਹੀਂ ਕੀ ਹੋਇਆ ਕੀ ਨਹੀਂ, ਉਹਨੂੰ ਹਾਈ ਕੋਰਟ ਦਾ ਜੱਜ ਅਪਾਇੰਟ ਕਰਵਾ ਦਿੱਤਾ ਗਿਆ। ਉਹ ਕੇਸ ਦੂਜੇ ਕੋਲ ਚਲਾ ਗਿਆ, ਕੇਸ ਖਾਰਜ ਹੋ ਗਿਆ। ਜੰਮੂ ਕਸ਼ਮੀਰ ਵਿੱਚ ਇੱਕ ਕੇਸ ਆ ਗਿਆ ਸੀ, ਹੋਟਲ ਦਾ ਕੇਸ ਸੀ। ਜਿਹੜੇ ਵਕੀਲ ਨੇ ਕੇਸ ਪੇਸ਼ ਕੀਤਾ ਸੀ ਉਹ ਬਾਅਦ 'ਚ ਜੱਜ ਸਿਲੈਕਟ ਹੋ ਗਿਆ। ਉਹ ਟਰਾਂਸਫਰ ਕਰਾ ਕੇ ਆਇਆ ਤੇ ਸੈਸ਼ਨ ਕੋਰਟ 'ਚ ਉੱਥੇ ਆ ਗਿਆ ਜਿੱਥੇ ਕੇਸ ਲੱਗਣਾ ਸੀ। ਆਪ ਹੀ ਉਹਨੇ ਕੇਸ ਪੇਸ਼ ਕੀਤਾ ਸੀ, ਆਪ ਹੀ ਉਹਨੇ ਕੇਸ ਦਾ ਫੈਸਲਾ ਦੇ ਦਿੱਤਾ ਜੀ। ਫਿਰ ਉਹ ਕਈ ਸਾਲ ਕੇਸ ਅਪੀਲ ਚੱਲਦੀ ਰਹੀ, ਮੁੜ ਕੇ ਹਾਈ ਕੋਰਟ ਚਲਾ ਗਿਆ ਤਰੱਕੀ ਕਰਕੇ
ਕੇਸ ਜਦੋਂ ਉੱਥੇ ਗਿਆ ਤੇ ਉਸੇ ਬੈਂਚ ਕੋਲ ਚਲਾ ਗਿਆ ਜੀ ਚੋ ਸੀ ਜੀ। 2 ਅਖਬਾਰਾਂ ਨੇ ਕੇਸ ਚੁੱਕ ਦਿੱਤਾ। ਰੌਲਾ ਤੇ ਉਦੋਂ ਵੀ ਪਿਆ ਸੀ ਹੂੰ, ਜਦੋਂ ਮੋਬਾਈਲ ਕੰਪਨੀਆਂ ਨਵੀਆਂ ਆਈਆਂ। ਇਸ ਗੱਲ ਦਾ ਰੌਲਾ ਪੈ ਗਿਆ ਸੀ ਕਿ ਸੁਪਰੀਮ ਕੋਰਟ ਦੀ ਪਾਰਕਿੰਗ ਜਿਹੜੀ ਆ ਉਹਦੀ ਛੱਤ ਦੇ ਉੱਤੇ ਟਾਵਰ ਲਾਉਣ ਦੀ ਆਗਿਆ ਦਿੱਤੀ ਗਈ ਤੇ ਉਹ ਆਗਿਆ ਦੇਣ ਲੱਗਿਆ ਕਿਹੜੇ ਲੋਕਾਂ ਨੇ ਕੀ ਰੋਲ ਅਦਾ ਕੀਤਾ, ਕੁਝ ਜੱਜਾਂ ਦੇ ਨਾਂ ਕਿਸ ਤਰ੍ਹਾਂ ਆਏ ਜੀ। ਔਰ 3 ਜੱਜਾਂ ਨੇ ਕਿਸ ਤਰ੍ਹਾਂ ਵਿਰੋਧ ਕੀਤਾ ਉਹ ਫੈਸਿਲਿਟੀਜ਼ ਲੈਣ ਦਾ, ਉਹ ਵੀ ਮਾਮਲਾ ਸੀ। ਇੱਦਾਂ ਦੇ ਇੱਕ ਨਹੀਂ ਬਹੁਤ ਮਾਮਲੇ ਨੇ। ਬਿਲਕੁਲ ਸਹੀ। ਜੇ ਅੱਜ ਉਹ ਸਾਰੇ ਮਾਮਲੇ ਪੁੱਟੇ ਜਾਣ, ਸਾਨੂੰ ਕਿਹੜਾ ਚੰਗਾ ਲੱਗਦਾ, ਅਸੀਂ ਇਹ ਗੱਲਾਂ ਵਾਰ-ਵਾਰ ਕਰੀਏ, ਪਰ ਜੋ ਕੁਝ ਸਿਸਟਮ 'ਚ ਹੋ ਰਿਹਾ ਉਹਦੀ ਚਰਚਾ ਕਦੇ ਨਾ ਕਦੇ ਤੇ ਕਿਤੇ ਨਾ ਕਿਤੇ ਹੋਣੀ ਆ ਨਾ। ਜੀ ਜੀ। ਜਸਟਿਸ ਅਹਿਮਦੀ ਦਾ ਸਵਾਲ ਮੁੜ ਕੇ ਚਰਚਾ 'ਚ ਆਉਂਦਾ ਕਿ ਭੋਪਾਲ ਗੈਸ ਕਾਂਡ ਨੂੰ ਕਿਸ ਤਰ੍ਹਾਂ ਉਹਨੇ ਬਹੁਤ ਡਿਲਿਊਟ ਕਰ ਦਿੱਤਾ, ਪਤਲਾ ਕਰ ਦਿੱਤਾ, ਤੇ ਜਦੋਂ ਰਿਟਾਇਰ ਹੋਇਆ ਤੇ ਉਸ ਕੰਪਨੀ ਨੇ, ਜਿਹੜੀ ਦੋਸ਼ੀ ਕੰਪਨੀ ਸੀ, ਉਹਨਾਂ ਨੇ ਕਈ ਮਿਲੀਅਨ ਦਾ, ਬਿਲੀਅਨਸ ਦਾ, ਉਹ ਅਰਬਾਂ ਖਰਬਾਂ ਦਾ ਇੱਕ ਹਸਪਤਾਲ ਟਰਸਟ ਬਣਾਇਆ ਸੀ, ਸ਼ਾਇਦ 1500 ਬਿਸਤਰਿਆਂ ਵਾਲਾ ਹਸਪਤਾਲ ਸੀ। ਉਹਦਾ ਉਹਨੂੰ ਚੇਅਰਮੈਨ ਲਾ ਦਿੱਤਾ ਔਰ ਸਾਰੀ ਉਮਰ ਲਈ ਲਾ ਦਿੱਤਾ। ਰੌਲਾ ਪੈ ਗਿਆ ਜਦੋਂ ਉਹ ਕੇਸ ਦਾ ਫੈਸਲਾ ਹੋਇਆ ਵੀ ਡਿਲਿਊਟ ਕਰਕੇ ਆਇਆ ਸੀ। ਮੁੜ ਕੇ ਉਹਨੂੰ ਅਸਤੀਫਾ ਦੇਣਾ ਪਿਆ। ਕਿਉਂ ਦੇਣਾ ਪਿਆ ਸੀ ਜੀ? ਉਹ ਕਿਹਨੇ, ਪਬਲਿਕ ਨੇ ਦਵਾਇਆ ਸੀ। ਇੱਦਾਂ ਦੇ ਮਾਮਲਿਆਂ 'ਚ ਮੈਂ ਬਹੁਤਾ ਨਹੀਂ ਜਾਣਾ ਚਾਹੁੰਦਾ, ਬਹੁਤ ਚਰਚਾ ਚੱਲ ਚੁੱਕੀ ਹੈ। ਅਸੀਂ ਚਾਹਾਂਗੇ ਕਿ ਇਸ ਵੇਲੇ ਸਤਿਕਾਰਯੋਗ ਆਨਰੇਬਲ ਚੀਫ ਜਸਟਿਸ ਸਾਹਿਬ ਦੇ ਸਿਰ 'ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਦਾਲਤ ਦੇ ਮਾਣ ਸਨਮਾਨ ਨੂੰ ਜਿੰਨਾ ਕੁ ਹੋ ਸਕਦਾ ਅੱਗੇ ਵਧਾਉਣ ਦਾ ਯਤਨ ਕਰਨ, ਇਹਨੂੰ ਢਾਹ ਲੱਗਣ ਤੋਂ ਬਚਾਉਣ ਜੀ। ਪਿਛਲੇ ਸਮੇਂ 'ਚ ਚਰਚੇ ਬਹੁਤ ਚੱਲਦੇ ਰਹੇ। ਇਹ ਚਰਚੇ ਸਾਡੇ ਲੋਕਤੰਤਰ ਵਾਸਤੇ, ਲੋਕਤੰਤਰ ਦੇ ਅੰਦਰ ਚੱਲਦੀ ਨਿਆਂਪਾਲਿਕਾ ਵਾਸਤੇ ਚੰਗੇ ਨਹੀਂ। ਜੇ ਇਸੇ ਦਾ ਚੱਲਦੇ ਰਹਿਣ ਤੇ ਮਾੜੇ ਆ। ਇਹਨਾਂ ਚਰਚਿਆਂ ਨੂੰ ਕਿਤੇ ਨਾ ਕਿਤੇ ਬ੍ਰੇਕ ਲੱਗਣੀ ਚਾਹੀਦੀ ਹੈ, ਤੇ ਬ੍ਰੇਕ ਗੱਲਾਂ ਨਾਲ, ਟਿੱਪਣੀਆਂ ਨਾਲ ਨਹੀਂ, ਅਮਲਾਂ ਨਾਲ ਲੱਗਣੀ। ਰਮਨ ਸਾਹਿਬ, ਆਪਾਂ ਉਹ ਗੱਲ ਕਰ ਲਈਏ ਕਿ ਵੀ ਅੱਜ ਜਿਹੜੀ ਉਹ ਕਮੇਟੀ ਦਾ ਮਸਲਾ ਆਇਆ ਸੀ, ਉਹਦੇ ਵਿੱਚ ਹੁਣ ਇਹ ਚਰਚਾ ਚੱਲ ਪਈ ਹੈ ਕਿ ਧਿਰਾਂ ਨੂੰ ਨੋਟਿਸ ਦੇ ਦਿੱਤੇ ਗਏ ਹੈ ਕਿ ਵੀ ਜੋ 3 ਬੰਦਿਆਂ ਤੇ ਇਤਰਾਜ਼ ਆ ਤੇ ਕਿਉਂ ਕੀਤਾ ਗਿਆ, ਪਲੱਸ ਚੌਥੇ ਬੰਦੇ ਨੂੰ ਉਹਦੇ ਵਿੱਚ ਪਾਉਣਾ ਜਾਂ ਨਹੀਂ ਪਾਉਣਾ, ਜਾਂ ਕਿਹਨੂੰ ਪਾਉਣਾ ਕਿਹਨੂੰ ਨਹੀਂ ਪਾਉਣਾ। ਇਹ ਦੁਬਾਰਾ ਤੋਂ ਜਿਹੜੀ ਉਹ ਕਮੇਟੀ ਦੇ ਉੱਪਰ ਚਰਚਾ ਚੱਲ ਪਈ ਤੇ ਉਹਦੇ 'ਤੇ ਜਿਹੜੀਆਂ ਟਿੱਪਣੀਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਵੀ ਜੱਜ ਸਾਹਿਬ ਬੜੇ ਸਖਤ ਹੋ ਗਏ, ਵੀ ਕਿਉਂ ਤੁਸੀਂ ਕਹਿੰਦੇ ਹੋ ਕਿਸੇ ਬੰਦੇ ਦੀ ਕੋਈ ਰਾਏ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ ਵੀ ਉਹ ਰਾਏ ਦੇ ਉੱਪਰ ਪੱਕਾ ਹੀ ਹੋ ਜਾਵੇ ਤੇ ਉਹ ਕਿਸੇ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ। ਇਸ ਤਰ੍ਹਾਂ ਨਹੀਂ ਹੁੰਦਾ। ਪਰ ਇਹ ਜੋ ਕੁਛ ਜਿਵੇਂ ਚੱਲਿਆ, ਇਹਨੂੰ ਹਜ਼ਮ ਕਰਨਾ ਔਖਾ ਕਿਉਂ ਲੱਗਦਾ? ਨਹੀਂ, ਬਹੁਤ ਔਖਾ। 4 ਬੰਦੇ ਉਸ ਕਮੇਟੀ 'ਚ ਪਾਏ ਗਏ। 4 'ਚੋਂ ਇੱਕ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸ਼ਲਾਘਾ ਕੀਤੀ, ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ। ਇੱਕ ਬੰਦਾ ਕਾਨੂੰਨ ਬਣਾਉਣ ਦੇ ਨਾਲ ਵਿੰਗੇ ਟੇਢੇ ਢੰਗ ਨਾਲ ਵੜਾਵਾਂ ਪਾ ਕੇ ਸੰਬੰਧਿਤ ਰਿਹਾ। ਇੱਕ ਬੰਦਾ ਅਖਬਾਰਾਂ 'ਚ ਲਿਖਦਾ ਪਿਆ ਕਿ ਤੁਸੀਂ ਇਹ ਤਾਂ ਬਹੁਤ ਹੀ ਵਧੀਆ ਕਾਨੂੰਨ ਬਣ ਗਏ ਜੀ। ਕੱਲ੍ਹ ਵੀ ਅਜੇ ਕਮੇਟੀ ਨੇ ਪਹਿਲੀ ਮੀਟਿੰਗ ਕੀਤੀ ਹੈ, ਸੁਣਵਾਈ ਅਜੇ ਕਰਨੀ ਹੈ। ਧਿਰਾਂ ਨੂੰ ਨਾ ਸਰਕਾਰੀ ਨੂੰ ਮਿਲੀ ਹੈ ਨਾ ਕਿਸਾਨਾਂ ਨੂੰ ਮਿਲੀ ਹੈ ਉਹ ਕਮੇਟੀ। ਤੇ ਕੱਲ੍ਹ ਉਹਨਾਂ ਦੇ ਵਿੱਚੋਂ ਇੱਕ ਜਾਣੇ ਨੇ, ਕਮੇਟੀ ਦੇ ਇੱਕ ਮੈਂਬਰ ਨੇ ਕਹਿ ਦਿੱਤਾ, ਜੇ ਅੱਜ ਇਹ ਕਾਨੂੰਨ ਰੱਦ ਕਰ ਦਿੱਤੇ ਗਏ ਜੀ, ਜਿਹੜੇ ਬੜੇ ਵਧੀਆ ਕਾਨੂੰਨ ਆ ਕਿਸਾਨਾਂ ਦੇ ਭਲੇ ਦੇ ਆ, ਤੇ ਫਿਰ ਤਾਂ 50 ਸਾਲ ਕੋਈ ਸਰਕਾਰ ਇਹੋ ਜਿਹਾ ਕੋਈ ਕਦਮ ਚੁੱਕੇਗੀ ਨਹੀਂ। ਜੇ ਉਸ ਮੈਂਬਰ ਦੀ ਸੁਣਵਾਈ ਕਰਨ ਤੋਂ ਪਹਿਲਾਂ ਹੀ ਆ ਰਹੇ ਆ ਕਿ ਕਾਨੂੰਨ ਵਧੀਆ ਨੇ, ਕਿਸਾਨਾਂ ਦੇ ਭਲੇ ਦੇ ਨੇ, ਜੇ ਅੱਜ ਵੀ ਇਹ ਸੁਧਾਰਾਂ ਵਾਲੇ ਕਾਨੂੰਨ ਰੱਦ ਕਰਤੇ ਤੇ ਮੁੜ ਕੇ 50 ਸਾਲ ਕਿਸੇ ਨੇ ਹੌਸਲਾ ਨਹੀਂ ਕਰਨਾ। ਇਹਦਾ ਮਨ ਤੇ ਉਹ ਪਹਿਲਾਂ ਹੀ ਬਣਾਈ ਬੈਠਾ। ਬਿਲਕੁਲ। ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਕਹਿੰਦੇ ਆ ਕਿ ਇਹ ਗੱਲ ਕੋਈ ਫਰਕ ਨਹੀਂ ਪਾਉਂਦੀ ਕਿ ਪਹਿਲਾਂ ਕਿਸੇ ਬੰਦੇ ਦੀ ਕੀ ਰਾਏ ਆ, ਬੰਦੇ ਦੀ ਰਾਏ ਬਦਲ ਵੀ ਸਕਦੀ ਹੈ। ਤੇ ਬੰਦਾ ਤੇ ਕਮੇਟੀ ਬਣਨ ਤੋਂ ਬਾਅਦ ਵੀ ਅਜੇ ਤੱਕ ਉਹੀ ਗੱਲਾਂ ਕਰਦਾ ਜੀ, ਉਹ ਗੱਲਾਂ ਕਰ ਰਿਹਾ ਜੀ। 8 ਦਿਨ ਲਗਾ ਕੇ ਵੀ ਉਹ ਗੱਲਾਂ ਕਹਿ ਰਿਹਾ ਕਿ ਏਡੇ ਵਧੀਆ ਕਾਨੂੰਨ ਨੇ ਕਿ ਜੇ ਹੁਣੇ ਰੱਦ ਕਰਵਾ ਦਿੱਤੇ ਗਏ ਤੇ ਮੁੜ ਕੇ 50 ਸਾਲ ਕਿਸੇ ਨੇ ਇਹੋ ਜਿਹੇ ਚੰਗੇ ਬਣਾਉਣੇ ਨਹੀਂ। ਇਹਨਾਂ ਗੱਲਾਂ ਤੋਂ ਤਾਂ ਪੰਜ ਸਾਹਿਬ ਇੱਦਾਂ ਲੱਗਦਾ ਕਿ ਜਿਹੜੇ ਕਿਸਾਨ ਲੀਡਰ ਪਹਿਲਾਂ ਮੰਤਰੀਆਂ ਨੂੰ ਮਨਾ ਰਹੇ ਆ, ਉਹਨਾਂ ਦੇ ਅੱਗੇ 4 ਬੰਦੇ ਹੋਰ ਬਿਠਾ ਦਿਓ, ਉਹ ਉਹਨਾਂ ਨੂੰ ਮਨਾਉਣ ਤੇ ਲੱਗੇ ਰਹਿਣ ਵੀ ਇਹ ਕਾਨੂੰਨ ਮਾੜੇ ਆ, ਉਹ ਆਖਣ ਵੀ ਇਹ ਚੰਗੇ ਆ। ਕਿਸਾਨ ਲੀਡਰ ਕਹਿੰਦੇ ਅਸੀਂ 4 ਮਹੀਨੇ ਬਹਿਣ ਦਾ ਸਮਾਨ ਲੈ ਕੇ ਆਏ ਆ ਜੀ। ਜੇ ਪਹਿਲਾਂ 2 ਮਹੀਨੇ ਮੰਤਰੀਆਂ ਨੇ ਲਾਤੇ ਆ, ਫਿਰ ਇਹ 2 ਚੌਕਾ 8 ਮਹੀਨੇ 4 ਮੈਂਬਰਾਂ ਦੀ ਕਮੇਟੀ ਕਰ ਦੇਵੇ। 4 ਚੋਂ ਇੱਕ ਤਾਂ ਅਸਤੀਫਾ ਦੇਗਾ, ਉਹਦੀ ਥਾਂ ਤੇ ਕੋਈ ਹੋਰ ਪੈ ਸਕਦਾ ਜੀ। ਇਹ ਮੁੜ ਕੇ 6-7 ਮਹੀਨੇ ਲਾ ਦੇਣ। ਕਿ ਸਾਰੇ ਇਹ ਪ੍ਰਕਿਰਿਆ ਮਜ਼ਾਕ ਨਾ ਬਣ ਜਾਵੇਗੀ। ਬਿਲਕੁਲ ਸਹੀ। ਅੱਛਾ, ਹੁਣ ਇਹਦੇ 'ਚ ਜਿਹੜੀ ਅੱਜ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਹੈ ਜੀ, ਉਹਦੇ 'ਚ ਇੱਕ ਜਿਹੜੀ ਨਵੇਕਲੀ ਗੱਲ ਇਹ ਸੀ, ਕਿਸਾਨਾਂ ਵਾਲੇ ਪਾਸਿਓਂ ਇੱਕ ਸਲੋਗਨ ਸੀਗਾ ਕਿ ਥਾਂ ਵੀ ਉਹ ਜਾਂ ਮੰਤਰੀ ਵੀ ਉਹੀ ਨੇ ਤੇ ਰਾਗ ਵੀ ਮੰਤਰੀਆਂ ਦਾ ਉਹੀ ਹੈ, ਇਸ ਕਰਕੇ ਨਤੀਜਾ ਵੀ ਪਹਿਲਾਂ ਵਰਗਾ ਹੀ ਆਉਣ ਦੀ ਤੁਸੀਂ ਆਸ ਰੱਖੋ। ਤੇ ਉਹ ਸਾਰੇ ਕੁਛ ਦੇ ਵਿੱਚ ਜਿਹੜੀਆਂ ਟਿੱਪਣੀਆਂ ਮੰਤਰੀ ਸਾਹਿਬਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੋਈਆਂ, ਦੱਸੀਆਂ ਜਾ ਰਹੀਆਂ, ਉਹ ਖਾਸ ਕਰਕੇ NIA ਦੇ ਜਿਹੜੇ ਨੋਟਿਸ ਆਏ,
ਪਲੱਸ ਜਿਹੜੇ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਪਰ ਜਿਹੜੀਆਂ ਟਿੱਪਣੀਆਂ ਸੀ ਉਹਨਾਂ ਨੂੰ ਕਿਵੇਂ ਦੇਖਦੇ ਹੋ? NIA ਦੇ ਨੋਟਿਸਾਂ ਬਾਰੇ ਤੇ ਹਰ ਕੋਈ ਕਹਿ ਰਿਹਾ ਕਿ ਇਹ ਤਾਂ ਸਰਕਾਰ ਨੇ ਕੇਂਦਰੀ ਜਾਂਚ ਏਜੰਸੀਆਂ ਨੂੰ ਅੱਜ ਕੱਲ੍ਹ ਵਰਤਣਾ ਸ਼ੁਰੂ ਕੀਤਾ, ਉਹਦੀ ਦੁਰਵਰਤੋਂ ਕਰ ਰਹੀ ਹੈ। ਤੇ ਉਸੇ ਦੁਰਵਰਤੋਂ ਦਾ ਇੱਕ ਨਮੂਨਾ ਕਿ NIA ਜਿਹੜੀ ਅੱਤਵਾਦ ਨਾਲ ਨਜਿੱਠਣ ਵਾਸਤੇ ਬਣਾਈ ਗਈ ਏਜੰਸੀ ਹੈ, ਉਹਨੇ ਇਹਨਾਂ ਨੋਟਿਸਾਂ ਦੇ ਬਹਾਨੇ ਕਿਸਾਨਾਂ ਦੇ ਆਗੂਆਂ ਤੇ ਸਮਰਥਕਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਜੀ। ਜੇ ਉਹਨਾਂ ਨੇ ਸ਼ੁਰੂ ਕੀਤਾ ਤੇ ਉਹਦੇ 'ਚ ਨੁਕਤਾਚੀਨੀ ਤਾਂ ਹੋਣੀ ਹੋਣੀ ਆ। ਅੱਜ ਸਰਕਾਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਵੀ ਇਹ ਮਸਲਾ ਉੱਠਿਆ ਤੇ ਮੰਤਰੀਆਂ ਨੇ ਕਹਿ ਦਿੱਤਾ ਜੀ ਉਹ ਸਾਡਾ ਤਾਂ ਕੋਈ ਰੋਲ ਨਹੀਂ, NIA ਕਰ ਰਹੀ ਹੈ। ਜੇ ਤੁਹਾਨੂੰ ਜਾਪਦਾ ਕੋਈ ਬੰਦਾ ਬੇਗੁਨਾਹ, ਤੁਸੀਂ ਸਾਨੂੰ ਲਿਖ ਕੇ ਦਿਓ ਕਿ ਕੌਣ ਕੌਣ ਬੇਗੁਨਾਹ, ਜੀ ਅਸੀਂ ਗੱਲ ਅੱਗੇ ਪਹੁੰਚਾ ਦਿੰਦੇ ਹਾਂ। ਇਹ ਤਾਂ ਨਹੀਂ ਆਖਿਆ ਕਿ NIA ਨੂੰ ਹਟਾ ਦਿੰਦੇ ਹਾਂ ਜੀ, ਇਹ ਤਾਂ ਉਹਨਾਂ ਨੇ ਕਹਿਣਾ ਨਹੀਂ। ਉਹ ਤਾਂ ਇਹੋ ਸਟੈਂਡ ਲੈਣਗੇ ਕਿ NIA ਜੀ ਨਿਰਪੱਖਤਾ ਨਾਲ ਜਾਂਚ ਕਰ ਰਹੀ ਆ, ਖੁਦ ਮੁਖਤਾਰ ਏਜੰਸੀ ਆ, ਅਸੀਂ ਉਹ 'ਚ ਦਖਲ ਨਹੀਂ ਦੇਣਾ। ਫਿਰ ਕਿਸਾਨਾਂ ਨੂੰ ਇਹ ਕਹਿਣਾ ਕਿ ਤੁਸੀਂ ਲਿਖ ਕੇ ਦਿਓ ਤੇ ਇਹ ਗੱਲ ਤੁਹਾਡੀ ਅੱਗੇ ਪਹੁੰਚਾ ਦਿਆਂਗੇ, ਇਹ ਇੱਕ ਲਾਲੀਪਾਪ ਦੇਣ ਦਾ ਯਤਨ ਨਹੀਂ ਗਾ। ਇਹਦੇ ਤੋਂ ਬਾਅਦ ਕੀ ਕਰਨਗੇ? ਬਿਲਕੁਲ ਸਹੀ। ਤੇ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਕਾਨੂੰਨ ਤਾਂ ਰੱਦ ਹੋ ਨਹੀਂ ਸਕਦੇ ਕਿਉਂਕਿ ਪੰਜਾਬ ਹਰਿਆਣੇ ਲਈ ਨਹੀਂ ਬਣਾਏ, ਇਹ ਤਾਂ ਅਸੀਂ ਪੂਰੇ ਦੇਸ਼ ਲਈ ਬਣਾਏ ਆ, ਇਹਦੇ ਤੋਂ ਬਿਨਾਂ ਗੱਲ ਕਰੋ ਕੀ ਕਰਨੀ ਹੈ। ਇਹ ਫਿਰ 10ਵੀਂ ਮੀਟਿੰਗ 'ਚ ਵੀ ਉਹੀ ਗੱਲ ਹੋ ਰਹੀ ਜਿਹੜੀ ਪਹਿਲੀ 'ਚ ਹੋਈ ਸੀ, ਤੇ ਫਿਰ ਇਹ ਵਾਰ-ਵਾਰ ਮੀਟਿੰਗਾਂ ਦਾ ਦੌਰ ਕਿਉਂ ਚੱਲਦਾ ਜੀ? ਭਲਕੇ 11ਵੀਂ ਮੀਟਿੰਗ ਆ ਜੀ, ਭਲਕੇ ਫਿਰ ਹੋਊਗੀ। ਉਹਦੇ ਤੋਂ ਬਾਅਦ ਉਹ 12ਵੀਂ ਮੀਟਿੰਗ 'ਚ ਵੀ ਹੋਊ, 13ਵੀਂ 'ਚ ਵੀ ਉਹੀ ਹੋਊਗੀ ਜੀ। ਇਹਦੇ ਅੱਗੇ ਇਹਨਾਂ ਕੋਲ ਕਰਨ ਵਾਸਤੇ ਰਹਿ ਹੀ ਕੁਛ ਨਹੀਂ ਗਿਆ, ਹੋਰ ਕਰਨਗੇ ਕੀ? ਇਹਨਾਂ ਮੀਟਿੰਗਾਂ ਦੇ ਬਹਾਨੇ ਉਹ ਟਾਈਮ ਵੇਸਟ ਕਰ ਰਹੇ ਆ। ਅਸਲ ਵਿੱਚ ਚਾਹੁੰਦੇ ਆ ਕਿ 26 ਜਨਵਰੀ ਵੀ ਲੰਘ ਜਾਵੇ, ਉਹਦੇ ਬਾਅਦ ਮੀਟਿੰਗਾਂ ਦਾ ਸਿਲਸਿਲਾ ਵੀ ਬੰਦ ਕਰ ਦੇਣਗੇ। ਫਿਰ ਇਹ ਸਾਰਾ ਕੁਝ ਬੰਦ ਕਰਕੇ ਜਦੋਂ ਪਾਰਲੀਮੈਂਟ ਚੱਲਦੀ ਹੋਈ ਉਦੋਂ 2 ਮੀਟਿੰਗਾਂ ਫਿਰ ਕਰ ਲੈਣਗੇ, ਫਿਰ ਬੰਦ ਕਰ ਦੇਣਗੇ। ਇਹਨਾਂ ਨੂੰ ਆਖਣਾ ਚੰਗਾ ਤੁਸੀਂ ਬੈਠੇ ਆ ਤੇ ਬੈਠੇ ਰਹੋ ਜੀ। ਇਸ ਲੱਖਾਂ ਲੋਕ ਜਾ ਕੇ ਦਿੱਲੀ ਦੇ ਘੇਰੇ ਘੇਰੇ ਬਾਰਡਰਾਂ ਤੇ ਬੈਠੇ ਹੋਣ ਤੇ ਸਰਕਾਰ ਆ ਕੇ ਸਾਨੂੰ ਫਰਕ ਹੀ ਕੋਈ ਨਹੀਂ ਪੈਂਦਾ। ਇਹ ਤੋਂ ਸਾਫ਼ ਦਿਸਦਾ ਨਹੀਂ ਕਿ ਸਰਕਾਰ ਦੀ ਨੀਤੀ ਇਹ ਹੈ ਕਿ ਖੱਜਲ ਖੁਆਰ ਕਰੋ, ਆਪੇ ਆ ਕੇ ਤੇ ਉੱਥੇ ਭਾਂਡੇ ਭੰਨ ਕੇ ਤੁਰ ਜਾਣਗੇ, ਸਾਡਾ ਕੀ ਵਿਗਾੜ ਲੈਣਗੇ। ਇਹ ਸਰਕਾਰ ਦੀ ਨੀਤੀ ਦਾ ਹਿੱਸਾ ਕਿ ਕੁਛ ਨਹੀਂ ਦੇਣਾ, ਗੱਲਾਂ ਨਾਲ ਸਾਰਨਾ। ਹੁਣ ਅੱਜ ਦੀ ਮੀਟਿੰਗ ਵਿੱਚ ਵੀ ਭਲਕੇ ਵੀ ਅੱਗੋਂ ਵੀ ਇਹੋ ਕੁਝ ਕਰਨਾ, ਕੋਈ ਮੁੱਦਾ ਨਵਾਂ ਉਹ ਛੇੜਦੇ ਹੀ ਨਹੀਂ। ਹਰ ਵਾਰੀ ਗਿਆ ਤਾਂ ਉਹ ਕੁਝ ਇਹ ਪੜ੍ਹਾਉਂਦੇ ਆ। ਕਿਸਾਨ ਹਰ ਵਾਰੀ ਜਾ ਕੇ ਕਹਿੰਦੇ ਆ ਕਾਨੂੰਨ ਰੱਦ ਕਰ ਦਿਓ, ਇਹ ਕਹਿੰਦੇ ਉਹ ਤਾਂ ਅਸੀਂ ਰੱਦ ਨਹੀਂ ਕਰਨੇ, ਕੋਈ ਹੋਰ ਗੱਲ ਕਰੋ। ਇੰਨੀ ਗੱਲ ਕਰਨੀ ਹੈ ਤੇ ਤਾਂ ਫੋਨ ਤੇ ਵੀ ਇੱਕ ਦੂਜੇ ਨੂੰ ਪੁੱਛੀ ਦੱਸੀ ਜਾ ਸਕਦੀ ਹੈ। ਇਹਦੇ ਵਾਸਤੇ ਇੰਨਾ ਖਿਲਾਰਾ ਪਾਉਣ ਦੀ ਕੀ ਲੋੜ ਹੈ ਜੀ? ਸਾਰਾ ਸਾਰਾ ਮੀਡੀਆ ਇਕੱਠਾ ਕਰਨ ਦੀ ਕੀ ਲੋੜ ਹੈ? ਲੋਕਾਂ ਨੂੰ ਆਸ ਜਗਾਉਣ ਦੀ ਕੀ ਲੋੜ ਹੈ ਕਿ ਇਸ ਵੇਲੇ ਤੇ ਮਸਲਾ ਹੱਲ ਹੀ ਹੋ ਜਾਣਾ? ਬਿਲਕੁਲ। ਹਰ ਵਾਰੀ ਕਹਿੰਦੇ ਅਗਲੀ ਮੀਟਿੰਗ ਵਿੱਚ ਮਸਲਾ ਹੱਲ ਹੋ ਜੂ, ਤੇ ਹਰ ਵਾਰੀ ਗੱਲ ਉਹੀ ਹੁੰਦੀ ਹੈ ਜਿਹੜੀ ਤੁਸੀਂ ਕਹਿ ਦਿੱਤਾ ਕਿ ਮੰਤਰੀ ਵੀ ਉਹੀ ਗੱਲਾਂ ਵੀ ਉਹ, ਸਾਰਾ ਕੋਈ ਨਤੀਜਾ ਵੀ ਉਹ ਨਿਕਲਣਾ। ਤੇ ਫਿਰ ਉਹ ਜਿਹੜੀ ਗੱਲ ਮੈਂ ਪਹਿਲਾਂ ਆਖੀ ਆ ਕਿ ਇੰਨੇ ਕੰਮ ਵਾਸਤੇ ਉੱਥੇ ਐਡਾ ਵੱਡਾ ਖਿਲਾਰਾ ਪਾ ਕੇ ਇੰਨੀਆਂ ਕੁਰਸੀਆਂ ਤੇ ਇੰਨੇ ਬੰਦੇ ਬਿਠਾਉਣ ਦੀ ਲੋੜ ਕੀ ਹੈ? ਇਹ ਤਾਂ ਤੁਸੀਂ ਫੋਨ ਤੇ ਪੁੱਛ ਲਿਆ ਕਰੋ ਵੀ ਇਰਾਦਾ ਬਦਲਿਆ ਕਿ ਨਹੀਂ। ਬਿਲਕੁਲ ਸਹੀ। ਤੇ ਆਪਣਾ ਵੀ ਇਰਾਦਾ ਦੱਸ ਦਿਆ ਕਰੋ ਕਿ ਆਪਣਾ ਇਰਾਦਾ ਤਾਂ ਅਜੇ ਤੱਕ ਉਹੀ ਹੈ। ਬਹਿਣਾ ਨਾ ਪਵੇ, ਲੋਕਾਂ ਨੂੰ ਆਸ ਤਾਂ ਨਾ ਹੋਵੇ। ਆਸ ਵੀ ਜਗਾਉਣੇ ਤੇ ਮੁੜ ਕੇ ਕਰਦੇ ਵੀ ਕੱਖ ਨਹੀਂ, ਇਹ ਤਾਂ ਹੋਰ ਵੀ ਮਾੜੀ ਗੱਲ ਹੈ। ਬਿਲਕੁਲ। ਤੁਸੀਂ ਆਏ ਪਨ ਸਾਹਿਬ ਸਮਾਂ ਕੱਢਿਆ ਜੀ, ਬੜਾ ਧੰਨਵਾਦ। ਤੇ ਅੱਜ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜੀ, ਉਹ ਸੁਪਰੀਮ ਕੋਰਟ ਦੀ ਵੀ ਟਿੱਪਣੀਆਂ ਤੁਸੀਂ ਸੁਣ ਲਈਆਂ, ਉਸ ਤੋਂ ਬਾਅਦ ਦਿੱਲੀ ਪੁਲਿਸ ਦੀ ਵੀ ਗੱਲ ਹੋ ਗਈ ਤੇ ਮੰਤਰੀਆਂ ਦੀ ਵੀ ਤੁਸੀਂ ਉਹੀ ਰਾਏ ਦੇਖ ਲਈ ਹੈ। ਸੋ ਕੁੱਲ ਮਿਲਾ ਕੇ 20 ਜਿਹੜੀ ਤਰੀਕ ਸੀਗੀ ਉਹਦੇ ਵਿੱਚ ਵੀ ਉਹ ਮਸਲਾ ਉੱਥੇ ਦਾ ਉੱਥੇ ਹੀ ਹੈ। ਕੱਲ੍ਹ ਤੱਕ ਕੀ ਹੁੰਦਾ ਜੀ, ਕੀ ਬਦਲਦਾ, ਆਪਾਂ ਫਿਰ ਗੱਲ ਕਰਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।